ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ ਪਾਕ ਹਫ਼ਤੇ ਦੇ ਮੰਗਲਵਾਰ ਦੇ ਵਿੱਚ ਹਾਂ। ਅੱਜ ਇੱਕ ਵਾਰੀ ਫੇਰ ਯਸ਼ਾਇਆ ਨਬੀ ਦਾਸ ਦੀ ਗੱਲ ਕਰਦਾ ਹੈ। ਆਓ ਅਸੀਂ ਇੱਕ ਵਾਰੀ ਫੇਰ ਉਸ ਦਾਸ ਦੀਆਂ ਖੂਬੀਆਂ ਨੂੰ ਅਸੀਂ ਧਿਆਨ ਵਿੱਚ ਰੱਖੀਏ, ਉਹਨਾਂ ਖੂਬੀਆਂ ਦੇ ਉੱਤੇ ਅਸੀਂ ਮਨਨ ਕਰੀਏ ਅਤੇ ਨਾਲ ਹੀ ਨਾਲ ਅੱਜ ਅੰਜੀਲ ਵਿੱਚ ਵੀ ਪ੍ਰਭੂ ਯਿਸੂ ਆਪਣੀ ਮੌਤ ਤੋਂ ਪਹਿਲਾਂ ਹੀ ਆਪਣੀ ਫਲਾਉਣ ਵਾਲੇ ਦੇ ਬਾਰੇ ਗੱਲਬਾਤ ਕਰਦੇ ਹਨ। ਆਓ ਅਸੀਂ ਅੱਜ ਇਹਨਾਂ ਪਾਠਾਂ ਨੂੰ ਸੁਣੀਏ। ਅੱਜ ਦਾ ਪਹਿਲਾ ਪਾਠ ਹੈ ਯਸ਼ਾਇਆ ਨਬੀ ਦੀ ਪੁਸਤਕ 49 ਬਾਬ 1 ਤੋਂ ਲੈ ਕੇ 6 ਐਤ ਤੱਕ, ਯਹੋਨਾ ਦੀ ਅੰਜੀਲ ਉਸ ਦਾ 13ਵਾਂ ਅਧਿਆਇ 21 ਤੋਂ 33, 36 ਤੋਂ ਲੈ ਕੇ 38 ਐਤ ਤੱਕ। ਧਿਆਨ ਦੇ ਨਾਲ ਇਹਨਾਂ ਪਾਠਾਂ ਨੂੰ ਸੁਣੀਏ, ਮਨਨ ਕਰੀਏ ਅਤੇ ਆਪਣੇ ਜੀਵਨ ਨੂੰ ਪ੍ਰਭੂ ਦੇ ਲਾਇਕ ਬਣਾ ਲਈਏ। ਪਾਠ ਪਹਿਲਾ ਯਸ਼ਾਇਆ ਨਬੀ ਦੀ ਪੁਸਤਕ ਵਿੱਚੋਂ ਉਸ ਦਾ 49 ਬਾਬ 1 ਤੋਂ 6 ਐਤ ਤੱਕ। ਹੇ ਦੂਰ ਦੇ ਕੌਮਾਂ ਦੇ ਲੋਕੋ, ਤੁਸੀਂ ਮੇਰੀ ਸੁਣੋ। ਮੇਰੇ ਜਨਮ ਤੋਂ ਪਹਿਲਾਂ ਹੀ ਪ੍ਰਭੂ ਨੇ ਮੈਨੂੰ ਚੁਣਿਆ ਅਤੇ ਮੈਨੂੰ ਆਪਣਾ ਦਾਸ ਨਿਯੁਕਤ ਕੀਤਾ ਸੀ। ਉਸ ਨੇ ਮੇਰੇ ਬੋਲਾਂ ਨੂੰ ਤਲਵਾਰ ਦੇ ਵਾਂਗ ਤਿੱਖਿਆਂ ਕੀਤਾ ਅਤੇ ਆਪਣੇ ਹੱਥ ਦੇ ਨਾਲ ਮੇਰੀ ਰੱਖਿਆ ਕੀਤੀ। ਉਸ ਨੇ ਮੈਨੂੰ ਤਿੱਖੇ ਤੀਰ ਦੇ ਵਾਂਗ ਤਿੱਖਾ ਕੀਤਾ ਅਤੇ ਆਪਣੇ ਤਰਕਸ਼ ਵਿੱਚ ਰੱਖਿਆ। ਉਸ ਨੇ ਮੈਨੂੰ ਕਿਹਾ, ਇਸਰਾਇਲ, ਤੂੰ ਮੇਰਾ ਦਾਸ ਹੈ ਅਤੇ ਤੇਰੇ ਕਾਰਨ ਲੋਕ ਮੇਰੀ ਮਹਿਮਾ ਕਰਦੇ ਹਨ। ਮੈਂ ਕਿਹਾ, ਮੈਂ ਵਿਅਰਥ ਹੀ ਮਿਹਨਤ ਕੀਤੀ ਹੈ, ਮੈਂ ਆਪਣੀ ਸਾਰੀ ਸ਼ਕਤੀ ਵਰਤੀ ਹੈ, ਪਰ ਕੋਈ ਵੀ ਨਤੀਜਾ ਨਹੀਂ ਨਿਕਲਿਆ ਹੈ। ਪਰ ਫਿਰ ਵੀ ਮੈਂ ਪ੍ਰਭੂ ਉੱਤੇ ਭਰੋਸਾ ਰੱਖ ਸਕਦਾ ਹਾਂ ਕਿ ਉਹ ਮੇਰਾ ਪੱਖ ਲਵੇਗਾ ਅਤੇ ਉਹ ਮੈਨੂੰ ਚੰਗਾ ਬਦਲਾ ਦੇਵੇਗਾ। ਮੇਰੇ ਜਨਮ ਤੋਂ ਹੀ ਪ੍ਰਭੂ ਨੇ ਮੈਨੂੰ ਨਿਯੁਕਤ ਕੀਤਾ ਸੀ ਅਤੇ ਉਸ ਨੇ ਮੈਨੂੰ ਆਪਣਾ ਦਾਸ ਬਣਾਇਆ ਕਿ ਮੈਂ ਉਸ ਦੇ ਲੋਕਾਂ ਨੂੰ ਵਾਪਸ ਲਿਆਵਾਂ, ਅਰਥਾਤ ਉਸ ਦੇ ਖਿਲਰੇ ਹੋਏ ਇਸਰਾਏਲੀ ਲੋਕਾਂ ਨੂੰ ਵਾਪਸ ਲਿਆਵਾਂ। ਪ੍ਰਭੂ ਮੈਨੂੰ ਆਦਰ ਦਿੰਦਾ ਹੈ ਅਤੇ ਉਹ ਮੇਰੀ ਸ਼ਕਤੀ ਦਾ ਸੋਮਾ ਹੈ। ਪ੍ਰਭੂ ਨੇ ਮੈਨੂੰ ਕਿਹਾ, ਮੈਂ ਤੇਰੇ ਤੋਂ ਇੱਕ ਬਹੁਤ ਵੱਡਾ ਕੰਮ ਲਵਾਂਗਾ। ਤੂੰ ਕੇਵਲ ਇਸਰਾਏਲ ਦੇ ਬਚੇ ਲੋਕਾਂ ਦਾ ਨਾਂ ਉੱਚਾ ਹੀ ਨਹੀਂ ਕਰੇਂਗਾ, ਸਗੋਂ ਮੈਂ ਤੈਨੂੰ ਕੌਮਾਂ ਦੇ ਲਈ ਚਾਨਣ ਬਣਾਵਾਂਗਾ, ਤਾਂ ਜੋ ਸਾਰਾ ਸੰਸਾਰ ਮੁਕਤੀ ਪ੍ਰਾਪਤ ਕਰੇ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਯਹੋਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਜਦੋਂ ਯਿਸੂ ਨੇ ਇਸ ਤਰ੍ਹਾਂ ਆਖਿਆ ਤਾਂ ਉਹ ਮਨ ਹੀ ਮਨ ਬਹੁਤ ਘਬਰਾਇਆ ਤੇ ਉਸ ਨੇ ਗਵਾਹੀ ਦਿੰਦਿਆਂ ਹੋਇਆਂ ਇਹ ਕਿਹਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਤੁਹਾਡੇ ਵਿੱਚੋਂ ਇੱਕ ਮੇਰੇ ਨਾਲ ਵਿਸ਼ਵਾਸਘਾਤ ਕਰੇਗਾ। ਚੇਲੇ ਸ਼ੱਕ ਨਾਲ ਇੱਕ ਦੂਜੇ ਨੂੰ ਤੱਕਦੇ ਰਹੇ। ਉਹ ਇਹ ਸਮਝ ਨਹੀਂ ਰਹੇ ਸਨ ਕਿ ਉਸ ਨੇ ਇਹ ਕਿਸ ਦੇ ਬਾਰੇ ਕਿਹਾ ਹੈ। ਯਿਸੂ ਦੇ ਚੇਲਿਆਂ ਵਿੱਚੋਂ ਇੱਕ, ਜਿਸ ਨੂੰ ਉਹ ਪਿਆਰ ਕਰਦਾ ਸੀ ਅਤੇ ਉਸ ਦੇ ਸੀਨੇ ਵੱਲ ਝੁਕ ਕੇ ਬੈਠਿਆ ਸੀ, ਇਸ ਲਈ ਸ਼ਮੌਨ ਪਤਰਸ ਨੇ ਉਸ ਨੂੰ ਇਸ਼ਾਰਾ ਕਰਕੇ ਕਿਹਾ, ਪੁੱਛ ਕੇ ਸਾਨੂੰ ਦੱਸ ਕਿ ਉਹ ਕਿਸ ਦੇ ਬਾਰੇ ਕਹਿ ਰਿਹਾ ਹੈ। ਇਸ ਲਈ ਯਿਸੂ ਦੇ ਵੱਲ ਝੁਕ ਕੇ ਬੈਠੇ ਉਸ ਨੇ ਯਿਸੂ ਨੂੰ ਕਿਹਾ, ਪ੍ਰਭੂ, ਉਹ ਕੌਣ ਹੈ? ਯਿਸੂ ਨੇ ਉੱਤਰ ਦਿੱਤਾ, ਰੋਟੀ ਦੀ ਇਹ ਬੁਰਕੀ ਡਬੋ ਕੇ ਮੈਂ ਜਿਸ ਨੂੰ ਦੇਵਾਂ ਉਹੀ ਹੈ। ਫਿਰ ਉਸਨੇ ਰੋਟੀ ਦੀ ਬੁਰਕੀ ਡਬੋ ਕੇ ਸ਼ਮੌਨ ਇਸਕਰਿਓਤੀ ਦੇ ਪੁੱਤਰ ਯਹੂਦਾ ਨੂੰ ਦਿੱਤੀ। ਉਸ ਦੇ ਉਹ ਬੁਰਕੀ ਲੈਣ ਦੇ ਬਾਅਦ ਸ਼ੈਤਾਨ ਉਸ ਵਿੱਚ ਵੜ ਗਿਆ। ਯਿਸੂ ਨੇ ਉਸ ਨੂੰ ਕਿਹਾ, ਜੋ ਤੂੰ ਕਰਨ ਵਾਲਾ ਹੈ ਉਹ ਛੇਤੀ ਕਰ। ਭੋਜਨ ਕਰਨ ਵਾਲਿਆਂ ਵਿੱਚੋਂ ਕੋਈ ਵੀ ਇਹ ਸਮਝ ਨਹੀਂ ਸਕਿਆ ਕਿ ਯਿਸੂ ਨੇ ਉਸ ਨੂੰ ਇਹ ਕਿਉਂ ਕਿਹਾ ਹੈ। ਕੁਝ ਲੋਕਾਂ ਨੇ ਇਹ ਸੋਚਿਆ ਕਿ ਯਹੂਦਾ ਦੇ ਕੋਲ ਪੈਸਿਆਂ ਦੀ ਥੈਲੀ ਹੈ, ਇਸ ਲਈ ਯਿਸੂ ਨੇ ਉਸ ਨੂੰ ਕਿਹਾ, ਤਿਉਹਾਰ ਦੇ ਲਈ ਜੋ ਲੋੜੀਂਦਾ ਹੈ ਖਰੀਦ ਲਵੋ ਜਾਂ ਗਰੀਬਾਂ ਨੂੰ ਕੁਝ ਦਾਨ ਦੇ ਦੇਵੋ। ਸੋ ਰੋਟੀ ਦੀ ਬੁਰਕੀ ਲੈ ਕੇ ਉਹ ਇੱਕਦਮ ਬਾਹਰ ਚਲਾ ਗਿਆ।
ਇਹ ਰਾਤ ਦਾ ਸਮਾਂ ਸੀ। ਜਦੋਂ ਉਹ ਬਾਹਰ ਚਲਾ ਗਿਆ ਤਾਂ ਯੀਸ਼ੂ ਨੇ ਕਿਹਾ, ਹੁਣ ਮਨੁੱਖ ਦੇ ਪੁੱਤਰ ਨੇ ਮਹਿਮਾ ਪਾਈ ਹੈ ਅਤੇ ਉਸ ਦੇ ਰਾਹੀਂ ਖੁਦਾ ਨੇ ਮਹਿਮਾ ਪਾਈ ਹੈ। ਜੇਕਰ ਉਸ ਦੇ ਰਾਹੀਂ ਖੁਦਾ ਨੇ ਮਹਿਮਾ ਪਾਈ ਹੈ ਤਾਂ ਖੁਦਾ ਵੀ ਆਪਣੇ ਵਿੱਚ ਇਸ ਨੂੰ ਮਹਿਮਾ ਦੇਵੇਗਾ ਅਤੇ ਉਹ ਉਸ ਨੂੰ ਛੇਤੀ ਹੀ ਮਹਿਮਾ ਦੇਵੇਗਾ। ਛੋਟੇ ਬੱਚਿਓ, ਹੋਰ ਥੋੜੀ ਦੇਰ ਮੈਂ ਤੁਹਾਡੇ ਨਾਲ ਹਾਂ। ਤੁਸੀਂ ਮੈਨੂੰ ਲੱਭੋਗੇ ਅਤੇ ਜਿਸ ਤਰ੍ਹਾਂ ਮੈਂ ਯਹੂਦੀਆਂ ਨੂੰ ਕਿਹਾ ਸੀ ਉਸੇ ਤਰ੍ਹਾਂ ਹੁਣ ਮੈਂ ਤੁਹਾਨੂੰ ਕਹਿੰਦਾ ਹਾਂ, ਜਿੱਥੇ ਮੈਂ ਜਾ ਰਿਹਾ ਹਾਂ ਉੱਥੇ ਤੁਸੀਂ ਨਹੀਂ ਆ ਸਕਦੇ। ਸ਼ਮੌਨ ਪਤਰਸ ਨੇ ਉਸ ਨੂੰ ਕਿਹਾ, ਪ੍ਰਭੂ ਤੁਸੀਂ ਕਿੱਥੇ ਜਾ ਰਹੇ ਹੋ? ਯਿਸੂ ਨੇ ਉੱਤਰ ਦਿੱਤਾ, ਜਿੱਥੇ ਮੈਂ ਜਾ ਰਿਹਾ ਹਾਂ ਉੱਥੇ ਤੁਸੀਂ ਮੇਰੇ ਪਿੱਛੇ ਹੁਣ ਨਹੀਂ ਆ ਸਕਦੇ, ਪਰ ਬਾਅਦ ਵਿੱਚ ਜ਼ਰੂਰ ਆਓਗੇ। ਪਤਰਸ ਨੇ ਉਸ ਨੂੰ ਕਿਹਾ, ਪ੍ਰਭੂ ਮੈਂ ਹੁਣ ਵੀ ਤੁਹਾਡੇ ਪਿੱਛੇ ਕਿਉਂ ਨਹੀਂ ਆ ਸਕਦਾ? ਮੈਂ ਤੁਹਾਡੇ ਲਈ ਆਪਣੀ ਜਾਨ ਵੀ ਕੁਰਬਾਨ ਕਰ ਦੇਵਾਂਗਾ। ਯਿਸੂ ਨੇ ਉੱਤਰ ਦਿੱਤਾ ਕਿ ਤੂੰ ਮੇਰੇ ਲਈ ਆਪਣੀ ਜਾਨ ਕੁਰਬਾਨ ਕਰੇਂਗਾ? ਮੈਂ ਤੈਨੂੰ ਸੱਚ ਕਹਿੰਦਾ ਹਾਂ, ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰੀ ਮੇਰਾ ਇਨਕਾਰ ਕੀਤਾ ਹੋਵੇਗਾ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਆਓ ਅਸੀਂ ਇੱਕ ਵਾਰੀ ਫੇਰ ਉਸ ਦਾਸ ਦੇ ਬਾਰੇ ਜੋ ਗੀਤ ਯਸ਼ਾਇਆ ਨਬੀ ਨੇ ਗਾਇਆ ਹੈ, ਅਸੀਂ ਉਹਦੇ ਉੱਤੇ ਮਨਨ ਕਰੀਏ। ਵਚਨ ਦੇ ਵਿੱਚ ਅਸੀਂ ਸੁਣਿਆ ਹੈ ਕਿ ਮਾਂ ਦੀ ਕੁੱਖ ਵਿੱਚ ਸੇਵਕ ਚੁਣਿਆ ਗਿਆ ਹੈ। ਮੇਰਾ ਇਹ ਜੋ ਦਾਸ ਹੈ ਮਾਂ ਦੀ ਕੁੱਖੋਂ ਹੀ ਚੁਣਿਆ ਹੋਇਆ ਹੈ। ਹੁਣ ਇਹ ਮੇਰੇ ਦਾਸ ਦੇ ਰਾਹੀਂ ਮੇਰੀ ਵਡਿਆਈ ਹੋਵੇਗੀ। ਹੁਣ ਵਡਿਆਈ ਕਿਸ ਤਰ੍ਹਾਂ ਹੋਣੀ ਹੈ ਦਾਸ ਦੇ ਦੁਆਰਾ? ਦੇਖੋ, ਦਾਸ ਕਦੀ ਮੂੰਹ ਨਹੀਂ ਖੋਲਦੇ। ਚਾਹੇ ਤੁਸੀਂ ਉਹਨਾਂ ਤੇ ਜਿੰਨੇ ਮਰਜ਼ੀ ਜ਼ੁਲਮ ਢਾ ਲਓ, ਕਈ ਵਾਰੀ ਦਾਸ ਆਪਣੇ ਮੂੰਹ ਨਹੀਂ ਖੋਲਦੇ। ਕਈ ਮਜਬੂਰੀਆਂ ਹੁੰਦੀਆਂ ਨੇ, ਉਹਨਾਂ ਦੇ ਰੋਟੀ ਪਾਣੀ ਦਾ ਮਸਲਾ, ਪਰਿਵਾਰਿਕ ਮਸਲੇ ਹੁੰਦੇ ਨੇ, ਇਸ ਕਰਕੇ ਉਹ ਮਾਲਕ ਦੇ ਅੱਗੇ ਕਈ ਵਾਰੀ ਮੂੰਹ ਹੀ ਨਹੀਂ ਖੋਲਦੇ ਹਨ, ਚੁੱਪ ਹੀ ਰਹਿੰਦੇ ਹਨ। ਲੇਕਿਨ ਅੱਜ ਇਹ ਜੋ ਦਾਸ ਹੈ, ਜਿਸ ਦਾਸ ਦੀ ਅੱਜ ਯਸ਼ਾਇਆ ਨਬੀ ਵਿਆਖਿਆ ਕਰ ਰਿਹਾ, ਕਹਿੰਦਾ ਹੈ ਕਿ ਇਹ ਦਾਸ ਇੱਕ ਵੱਖਰਾ ਹੀ ਹੈ। ਚਾਹੇ ਉਸਨੇ ਕੁਝ ਵੀ ਨਹੀਂ ਕੀਤਾ ਹੈ, ਇਸਨੇ ਦਾਸ ਆਪਣੇ ਆਪ ਨੂੰ ਬਣਾਇਆ ਹੈ। ਇਹ ਦਾਸ ਨਹੀਂ ਸੀ, ਲੇਕਿਨ ਇਸਨੇ ਆਪਣੇ ਆਪ ਨੂੰ ਦਾਸ ਬਣਾਇਆ ਹੈ। ਤੇ ਕਿਸ ਤਰ੍ਹਾਂ ਦਾ ਦਾਸ ਬਣਿਆ ਹੈ? ਇਹ ਕਹਿੰਦਾ ਹੈ ਕਿ ਇਹ ਦਾਸ ਹੈ ਜੋ ਆਪਣਾ ਪਿੰਡਾ ਆਪਣੇ ਵੈਰੀਆਂ ਦੇ ਸਾਹਮਣੇ ਦੇ ਦਿੰਦਾ ਹੈ। ਆਪਣੀ ਦਾੜੀ ਪੁੱਟਣ ਦੇ ਲਈ, ਨੋਚਣ ਦੇ ਲਈ ਇਹ ਦਾਸ ਦੇ ਦਿੰਦਾ ਹੈ। ਹਾਂ ਪਿਆਰਿਓ, ਇਹੋ ਹੀ ਇਸ ਦਾਸ ਦੀ ਖਾਸੀਅਤ ਹੈ ਤੇ ਇਹੋ ਹੀ ਦਾਸ ਦੀ ਖਾਸੀਅਤ ਲੋਕਾਂ ਨੂੰ ਖਿੱਚ ਲੈਂਦੀ ਸੀ। ਖਿੱਚ ਲਿਆ ਪ੍ਰਭੂ ਯਿਸੂ ਮਸੀਹ ਨੇ। ਦੇਖੋ ਕਿੰਨਾ ਸਧਾਰਨ ਜੀਵਨ, ਸ਼ੁਰੂ ਤੋਂ ਲੈ ਕੇ ਆਖਰ ਤੱਕ ਪ੍ਰਭੂ ਯਿਸੂ ਮਸੀਹ ਨੇ ਇੱਕ ਕਿੰਨਾ ਸਧਾਰਨ ਗਰੀਬੀ ਵਾਲਾ ਜੀਵਨ ਗੁਜ਼ਾਰਿਆ। ਕਿਤੇ ਵੀ ਅਸੀਂ ਅੰਜੀਲ ਦੇ ਵਿੱਚ ਨਹੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਕੋਈ ਵੀ ਸ਼ਾਨੋ ਸ਼ੌਕਤ ਵਾਲਾ ਕੰਮ ਕੀਤਾ ਹੋਵੇ ਜਾਂ ਉਹਨੇ ਕੋਈ ਲਿਬਾਸ, ਮਹਿੰਗੇ ਲਿਬਾਸ ਪਾਏ ਹੋਣ ਜਾਂ ਉਸਨੇ ਬਹੁਤ ਪੈਸਾ ਰੱਖਿਆ ਹੋਵੇ। ਅੱਜ ਵੀ ਅੰਜੀਲ ਦੇ ਵਿੱਚ ਅਸੀਂ ਸੁਣਿਆ ਹੈ ਕਿ ਇਹ ਦਾਸ, ਇਸ ਨੂੰ ਪਤਾ ਸੀ ਕਿ ਉਸ ਦਾ ਵਿਸ਼ਵਾਸਘਾਤੀ ਉਹਦੇ ਆਪਣੇ ਚੇਲਿਆਂ ਦੇ ਵਿੱਚ ਹੈ। ਉਸ ਨੂੰ ਪਤਾ ਸੀ ਕਿ ਜਿਹੜਾ ਉਹਦੀ ਥਾਲੀ ਦੇ ਵਿੱਚ ਬੁਰਕੀ ਡਬੋ ਕੇ ਖਾ ਰਿਹਾ ਹੈ, ਉਹਦਾ ਵਿਸ਼ਵਾਸਘਾਤ ਕਰਨ ਵਾਲਾ ਹੈ। ਸਭ ਕੁਝ ਦੇ ਬਾਵਜੂਦ ਵੀ ਪ੍ਰਭੂ ਯਿਸੂ ਮਸੀਹ ਸਾਰੇ ਚੇਲਿਆਂ ਨੂੰ ਪਿਆਰ ਕਰਦਾ ਰਿਹਾ। ਕਦੇ ਵੀ ਜ਼ਾਹਿਰ ਨਹੀਂ ਹੋਣ ਦਿੱਤਾ ਕਿ ਇਹ ਫਲਾਣੇ ਚੇਲੇ ਨੇ ਮੇਰਾ ਵਿਸ਼ਵਾਸਘਾਤ ਕਰਨਾ ਹੈ ਤੇ ਮੈਂ ਇਸ ਨੂੰ ਸਾਈਡ ਲਾਈਨ ਕਰਾਂ। ਆਮ ਦੁਨਿਆਵੀ ਸੋਚ ਵੇਖੀਏ ਤੇ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਲੈ ਵੀ ਆ ਸਾਡੀ ਕੰਪਨੀ ਦੇ ਵਿੱਚ ਬੰਦਾ ਕੰਮ ਕਰ ਰਿਹਾ ਹੈ ਤੇ ਇਹ ਦਗਾ ਕਰ ਰਿਹਾ ਹੈ, ਇਹ ਚਾਪਲੂਸੀਆਂ ਕਰ ਰਿਹਾ ਹੈ, ਇਹ ਫੜਾਉਣ ਦੇ ਲਈ ਯੋਜਨਾਵਾਂ ਬਣਾ ਰਿਹਾ ਹੈ, ਅਸੀਂ ਉਹ ਬੰਦੇ ਨੂੰ ਛੱਡਾਂਗੇ? ਅਸੀਂ ਉਸ ਨੂੰ ਤੁਰੰਤ ਹੀ ਉਹਦੇ ਉੱਤੇ ਕੇਸ ਵੀ ਕਰਾਵਾਂਗੇ, ਉਹਦੇ ਤੇ ਅਸੀਂ ਜ਼ੁਲਮ ਵੀ ਢਾਵਾਂਗੇ। ਪਰ ਪ੍ਰਭੂ ਯਿਸੂ ਮਸੀਹ ਨੇ ਦੇਖੋ ਸ਼ਾਂਤ, ਕਿਉਂਕਿ ਉਹ ਸੇਵਕ ਦਾ ਜੋ ਕੰਮ ਸੀ ਕੀ ਸੀਗਾ? ਪ੍ਰਭੂ ਦੇ ਰਾਜ ਦੀ ਸਥਾਪਨਾ ਕਰਨਾ। ਕਿਸ ਤਰ੍ਹਾਂ ਕਰਨਾ? ਚੁੱਪ ਚਪੀਤੇ। ਇਸੇ ਕਰਕੇ ਅੱਜ ਪ੍ਰਭੂ ਯਿਸੂ ਮਸੀਹ ਦੁੱਖ ਜ਼ਰੂਰ ਲੱਗਾ ਇੱਕ ਇਨਸਾਨ ਹੋਣ ਦੇ ਨਾਤੇ। ਉਸ ਦਾ
ਵਚਨ ਦੇ ਵਿੱਚ ਜਿਹੜਾ ਸ਼ਬਦ ਯੂਜ਼ ਕੀਤਾ ਗਿਆ ਹੈ, ਕਹਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਦਾ ਦਿਲ ਘਬਰਾਇਆ। ਕਿਉਂ ਦਿਲ ਘਬਰਾਇਆ? ਕਿ ਇਨਸਾਨ ਹੋਣ ਦੇ ਨਾਤੇ ਦਿਲ ਘਬਰਾ ਗਿਆ ਕਿ ਮੇਰਾ ਇੱਕ ਆਪਣਾ ਚੇਲਾ ਮੇਰਾ ਵਿਸ਼ਵਾਸਘਾਤੀ, ਕੁਝ ਸਿੱਕਿਆਂ ਦੇ ਲਈ, ਕੁਝ ਪੈਸਿਆਂ ਦੇ ਲਈ ਮੇਰਾ ਵਿਸ਼ਵਾਸਘਾਤ ਕਰੇਗਾ। ਲੇਕਿਨ ਪ੍ਰਭੂ ਯਿਸੂ ਮਸੀਹ ਉਦਾਸ ਇਸੇ ਹੀ ਤਰ੍ਹਾਂ ਬਾਪ ਦੀ ਵਡਿਆਈ ਆਪਣੇ ਦੁਆਰਾ ਕਰਨੀ ਚਾਹੁੰਦਾ ਸੀ ਤੇ ਉਸਨੇ ਕੀਤੀ। ਤੇ ਅੱਜ ਇੱਕ ਹੋਰ ਗੱਲ ਪ੍ਰਭੂ ਯਿਸੂ ਸੰਤ ਪਤਰਸ ਨੂੰ ਆਖਦਾ ਹੈ। ਪਤਰਸ ਕਹਿੰਦਾ ਹੈ ਕਿ ਪ੍ਰਭੂ ਜੀ, ਮੈਂ ਤੁਹਾਡੇ ਲਈ ਜਾਨ ਕੁਰਬਾਨ ਕਰ ਦੇਵਾਂਗਾ। ਮੈਂ ਨਹੀਂ ਆ ਤੇ ਨਾ ਹੀ ਹੋਰ ਕੋਈ ਵੀ ਭਾਵੇਂ ਆਵੇ ਨਾ ਹੋਵੇ, ਮੈਂ ਤੁਹਾਡੇ ਲਈ ਆਪਣੀ ਜਾਨ ਦੇ ਦੇਵਾਂਗਾ। ਤੇ ਪ੍ਰਭੂ ਯਿਸੂ ਮਸੀਹ ਉਸ ਨੂੰ ਕਹਿੰਦਾ ਹੈ, ਇੱਕ ਭਵਿੱਖਬਾਣੀ ਕਰਦਾ ਹੈ ਕਿ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਇਨਕਾਰ ਕਰ ਚੁੱਕਿਆ ਹੋਵੇਂਗਾ। ਤੇ ਉਹ ਸਹੀ ਗੱਲ ਹੈ, ਇਨਕਾਰ ਕੀਤਾ ਉਸਨੇ। ਤੇ ਜਦੋਂ ਕੁੱਕੜ ਨੇ ਬਾਂਗ ਦਿੱਤੀ ਤੇ ਪਤਰਸ ਨੂੰ ਯਾਦ ਵੀ ਆਇਆ ਸੀਗਾ ਕਿ ਪ੍ਰਭੂ ਨੇ ਇਹ ਭਵਿੱਖਬਾਣੀ ਪਹਿਲਾਂ ਕੀਤੀ ਸੀ। ਹੁਣ ਇੱਥੇ ਸਵਾਲ ਇਹੋ ਹੀ ਹੈ, ਸਵਾਲ ਇਹ ਹੈ ਕਿ ਮੈਂ ਇਸ ਜੋ ਸੇਵਕ ਸਾਡਾ ਪ੍ਰਭੂ ਯਿਸੂ ਮਸੀਹ, ਕਿ ਮੈਂ ਉਸ ਦਾ ਪੈਰੋਕਾਰ ਬਣਨ ਦੇ ਲਈ ਮੈਂ ਕੀ ਉਪਰਾਲੇ ਕਰ ਰਿਹਾ, ਮੈਂ ਕੀ ਯੋਜਨਾਵਾਂ ਬਣਾ ਰਿਹਾ। ਜਿੱਦਾਂ ਯਹੂਦਾ ਇਸਕਰਿਓਤੀ ਯੋਜਨਾ ਬਣਾ ਰਿਹਾ ਸੀ ਯਿਸੂ ਨੂੰ ਫੜਾਉਣ ਦੇ ਲਈ, ਤੇ ਹੁਣ ਤੁਹਾਨੂੰ ਵੀ ਯਹੂਦਾ ਇਸਕਰਿਓਤੀ ਦਾ ਗੁੱਸਾ ਆਵੇਗਾ। ਲੇਕਿਨ ਤੁਹਾਡੀਆਂ ਕੀ ਯੋਜਨਾਵਾਂ ਨੇ? ਯਿਸੂ ਦੇ ਨਾਲ ਚੱਲਣ ਦੀਆਂ ਕੀ ਯੋਜਨਾਵਾਂ ਨੇ? ਕੀ ਕਰ ਰਹੇ ਜੇ ਤੁਸੀਂ? ਹੁਣ ਯਿਸੂ ਆਪਣੇ ਜੀਵਨ ਦੇ ਅੰਤਮ ਦਿਨਾਂ ਦੇ ਵਿੱਚ ਹੈ। ਮੰਨ ਲਓ ਕਿ ਸਾਡੇ ਪਰਿਵਾਰ ਦੇ ਵਿੱਚ ਕੋਈ ਬਜ਼ੁਰਗ ਹੈ ਜਾਂ ਕੋਈ ਭੈਣ ਭਰਾ ਹੈ ਜਿਹਨੂੰ ਕੈਂਸਰ ਹੈ। ਸਾਨੂੰ ਪਤਾ ਹੈ, ਡਾਕਟਰਾਂ ਨੇ ਕਿਹਾ ਹੈ ਕਿ ਲੈ ਵੀ ਇਹਨੇ ਬਸ ਹੁਣ ਥੋੜ੍ਹੇ ਦਿਨ ਹੀ ਜੀਣਾ ਹੈ, ਇਹਦੀ ਸੇਵਾ ਕਰ ਲਓ। ਸਾਨੂੰ ਜਦੋਂ ਪਤਾ ਹੈ ਕਿ ਇਹ ਬੰਦੇ ਦੇ ਦਿਨ ਗਿਣੇ ਚੁਣੇ ਹਨ, ਤੇ ਅਸੀਂ ਕੀ ਕਰਦੇ ਹਾਂ ਉਹਦੇ ਨਾਲ? ਅਸੀਂ ਉਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਂਦੇ ਹਾਂ, ਅਸੀਂ ਉਹਨੂੰ ਤਸੱਲੀ ਦਿੰਦੇ ਹਾਂ, ਅਸੀਂ ਉਹਦੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਸਾਡਾ ਪ੍ਰਭੂ ਵੀ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਦੇ ਵਿੱਚ ਹੈ। ਸਾਡਾ ਇੱਕ ਦਾਸ ਦੇ ਵਾਂਗ ਜਾਂ ਉਹਦੇ ਪੈਰੋਕਾਰ ਹੋਣ ਦੇ ਨਾਤੇ ਸਾਡਾ ਉਹ ਪ੍ਰਭੂ ਦੇ ਲਈ ਕੀ ਕੰਸਰਨ ਹੈ? ਕੀ ਕਰ ਰਹੇ ਹਾਂ ਅਸੀਂ? ਕੀ ਕਰਨਾ ਹੈ? ਸਮਾਂ ਦੇਣਾ ਹੈ ਪ੍ਰਭੂ ਨੂੰ ਅਸੀਂ ਹੁਣ। ਇਸੇ ਕਰਕੇ ਪਾਕ ਹਫਤਾ ਸਾਨੂੰ ਪਾਕ ਮਾਕਲੇਸੀਆ ਦਿੰਦੀ ਹੈ ਕਿ ਅਸੀਂ ਇਹ ਪੂਰਾ ਸਮਾਂ ਅਸੀਂ ਪ੍ਰਭੂ ਦੇ ਨਾਲ ਹੀ ਬਿਤਾਈਏ। ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਦੇ ਨਾਲ ਆਖਰੀ ਪਲ ਬਿਤਾਏ ਤੇ ਅਸੀਂ ਵੀ ਹੁਣ ਇਹ ਦਿਨ ਉਸ ਦਾਸ ਦੇ ਨਾਲ ਬਿਤਾਈਏ। ਅਸੀਂ ਵਿਸ਼ਵਾਸਘਾਤੀ ਨਾ ਬਣੀਏ, ਯਹੂਦਾ ਇਸਕਰਿਓਤੀ ਵਾਂਗ ਵਿਸ਼ਵਾਸਘਾਤੀ ਨਾ ਬਣੀਏ। ਪ੍ਰਭੂ ਯਿਸੂ ਮਸੀਹ ਦਾ ਕਿੰਨੀ ਵਾਰੀ ਅਸੀਂ ਵਿਸ਼ਵਾਸਘਾਤ ਕਰਦੇ ਹਾਂ, ਵਾਅਦੇ ਕਰ ਕਰਕੇ ਅਸੀਂ ਤੋੜਦੇ ਹਾਂ। ਹੁਣ ਵਾਅਦੇ ਕਰੀਏ ਕਿ ਅਸੀਂ ਇਹ ਦਿਨ ਪ੍ਰਭੂ ਦੇ ਨਾਲ ਬਿਤਾਵਾਂਗੇ। ਫਿਰ ਦੂਜੀ ਗੱਲ ਹੈ ਕਿ ਪਤਰਸ ਨੇ ਕਿਹਾ ਕਿ ਪ੍ਰਭੂ ਜੀ, ਮੈਂ ਤੁਹਾਡੇ ਲਈ ਜਾਨ ਵੀ ਦੇ ਦੇਵਾਂਗਾ। ਪ੍ਰਭੂ ਸਾਡੀ ਜਾਨ ਨਹੀਂ ਮੰਗਦਾ, ਉਹ ਨਹੀਂ ਮੰਗ ਕਰਦਾ ਕਿ ਅਸੀਂ ਉਹਦੇ ਲਈ ਜਾਨ ਦਈਏ। ਜਦੋਂ ਮੌਕਾ ਆਏਗਾ ਉਦੋਂ ਜਾਨ ਦੇਣੀ ਵੀ ਹੈ। ਲੇਕਿਨ ਹੁਣ ਪ੍ਰਭੂ ਨੂੰ ਕੀ ਲੋੜ ਹੈ? ਹੁਣ ਪ੍ਰਭੂ ਨੂੰ ਇਸ ਵਕਤ ਸਾਡੀ ਲੋੜ ਹੈ ਕਿ ਅਸੀਂ ਉਹਦੇ ਲਈ ਸਮਾਂ ਕੱਢੀਏ। ਸਮਾਂ ਕੱਢੀਏ, ਅਸੀਂ ਇਨਕਾਰ ਨਾ ਕਰੀਏ। ਪਤਰਸ ਨੇ 3 ਵਾਰੀ ਇਨਕਾਰ ਵੀ ਕੀਤਾ ਕਿ ਮੈਂ ਤੇ ਉਹਨੂੰ ਜਾਣਦਾ ਨਹੀਂ ਹਾਂ, ਮੈਂ ਉਹਦਾ ਚੇਲਾ ਨਹੀਂ ਹਾਂ, ਮੈਂ ਗਤਸਮਨੀ ਬਾਗ ਵਿੱਚ ਉਹਦੇ ਨਾਲ ਨਹੀਂ ਸੀ। ਇਨਕਾਰ ਕੀਤਾ। ਅਸੀਂ ਕਿੰਨੀ ਵਾਰੀ ਇਨਕਾਰ ਕਰਦੇ ਹਾਂ? ਹਰ ਸਮੇਂ ਅਸੀਂ ਪ੍ਰਭੂ ਦਾ ਇਨਕਾਰ ਕਰਦੇ ਹਾਂ। ਲੇਕਿਨ ਅੱਜ ਜੋ ਪ੍ਰਭੂ ਸਾਨੂੰ ਸੱਦਾ ਦੇ ਰਿਹਾ ਹੈ ਕਿ ਤੁਸੀਂ ਇਹ ਸਮਾਂ ਮੇਰੇ ਨਾਲ ਬਿਤਾਓ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੈਨੂੰ ਸਿਰਫ ਤੁਹਾਡੇ ਸਮੇਂ ਦੀ ਲੋੜ ਹੈ। ਤੇ ਆਓ ਅਸੀਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਪ੍ਰਭੂ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਈਏ ਤੇ ਪ੍ਰਭੂ ਦੇ ਦੁੱਖਾਂ ਦੇ ਵਿੱਚ ਸ਼ਰੀਕ ਹੋ ਜਾਈਏ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।